ਵੀਡੀਓ ਲੈਸਨ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਵੀਡੀਓ ਲੈਸਨ 9th ਕਲਾਸ ਦੇ ਸਟੂਡੈਂਟਸ ਦੇ ਲਈ ਹੈ। 9ਵੀਂ ਕਲਾਸ ਦਾ ਮੈਥਮੈਟਿਕਸ ਦਾ ਸਾਡੇ ਕੋਲ ਅਧਿਆਇ ਹੈ ਰੇਖਾਵਾਂ ਅਤੇ ਕੋਣ, ਲਾਈਨਸ ਐਂਡ ਐਂਗਲਸ। ਠੀਕ ਹੈ, ਤਾਂ ਉਸ ਚੈਪਟਰ ਦੀ ਦੁਹਰਾਈ ਜਿਹੜੀ ਹੈ ਉਹ ਅਸੀਂ ਵਰਕਸ਼ੀਟ ਦੇ ਰਾਹੀਂ ਕਰਾਂਗੇ। ਵਰਕਸ਼ੀਟ ਦੇ ਵਿੱਚ ਲਗਭਗ ਅਸੀਂ ਇਸ ਚੈਪਟਰ ਦੇ ਜਿਹੜੇ ਕਨਸੈਪਟ ਨੇ, ਜਿੰਨੇ ਵੀ ਟੌਪਿਕਸ ਨੇ ਉਹ ਰਿਵਾਈਜ਼ ਕਰਾਂਗੇ। तो ਜਿਹੜੇ ਵਿਦਿਆਰਥੀਆਂ ਨੇ ਪਹਿਲਾਂ ਹੀ ਚੈਪਟਰ ਕੀਤਾ ਹੈ ਜਾਂ ਨਹੀਂ ਕੀਤਾ ਅਜੇ, तो ਸਾਰਿਆਂ ਦੇ ਲਈ ਇਹ ਵੀਡੀਓ ਜਿਹੜੀ ਉਹ ਲਾਹੇਵੰਦ ਹੋਏਗੀ। ਠੀਕ ਹੈ, तो ਸ਼ੁਰੂ ਕਰਦੇ ਹਾਂ ਆਪਾਂ। ਸਭ ਤੋਂ ਪਹਿਲਾ ਸਵਾਲ, तो ਫਰਸਟ ਕੁਐਸਚਨ ਜਿਹੜਾ ਸਾਡੇ ਕੋਲ ਹੈ ਰੇਖਾਵਾਂ ਅਤੇ ਕੋਣ, ਲਾਈਨਸ ਐਂਡ ਐਂਗਲਸ, ਇਸ ਵਰਕਸ਼ੀਟ ਦਾ ਉਹ ਹੈ ਘੱਟੋ ਘੱਟ ਡੈਸ਼ ਬਿੰਦੂਆਂ ਨਾਲ ਸਿੱਧੀ ਰੇਖਾ ਖਿੱਚੀ ਜਾ ਸਕਦੀ ਹੈ। ਇਹ ਸਟ੍ਰੇਟ ਲਾਈਨ ਕੈਨ ਬੀ ਡਰਾਨ ਵਿਦ ਐਟ ਲੀਸਟ ਡੈਸ਼ ਪੁਆਇੰਟਸ। तो 2 पॉइंट्स इत्थे साडे कोल आएगा, 2 पॉइंट्स 2। तो ਜਦੋਂ ਵੀ ਅਸੀਂ ਸਟ੍ਰੇਟ ਲਾਈਨ ਜਿਹੜੀ ਸਿੱਧੀ ਰੇਖਾ ਖਿੱਚਣੀ ਹੈ ਤਾਂ ਉਹਦੇ ਲਈ ਸਾਨੂੰ ਘੱਟ ਤੋਂ ਘੱਟ ਜਿਹੜੇ 2 ਬਿੰਦੂ ਉਹ ਚਾਹੀਦੇ ਹੁੰਦੇ ਨੇ। ਠੀਕ ਹੈ, ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਹੀ ਆਪਾਂ ਸਟ੍ਰੇਟ ਲਾਈਨ ਜਿਹੜੀ ਉਹ ਖਿੱਚ ਸਕਦੇ ਹਾਂ। ਠੀਕ ਹੈ, ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਖਾਲੀ ਥਾਵਾਂ ਭਰੋ, ਫਿਲ ਇਨ ਦਾ ਬਲੈਂਕਸ। तो ਇਹਦੇ ਵਿੱਚ ਕੋਣ ਜਿਹੜੇ ਦਿੱਤੇ ਹੋਏ ਨੇ ਅਲੱਗ-ਅਲੱਗ ਢੰਗ ਦੇ। ਸਭ ਤੋਂ ਪਹਿਲਾਂ ਇਹ ਨਿਊਨ ਕੋਣ ਹੈ ਜਿਹੜਾ ਕਿ 0 ਡਿਗਰੀ ਤੋਂ 90 ਡਿਗਰੀ ਦੇ ਵਿਚਕਾਰ ਇਹਦੀ ਕੀਮਤ ਹੁੰਦੀ ਹੈ। ਠੀਕ ਹੈ, ਇਸ ਤੋਂ ਬਾਅਦ ਕੋਣ ਜਿਸ ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 90 ਡਿਗਰੀ ਹੋਵੇ, ਇਹਨੂੰ ਅਸੀਂ ਸਮਕੋਣ ਕਹਿੰਦੇ ਹਾਂ। ਠੀਕ ਹੈ, ਸਮਕੋਣ ਜਾਂ ਰਾਈਟ ਐਂਗਲ, ਇਹਨੂੰ ਅਸੀਂ ਰਾਈਟ ਐਂਗਲ ਵੀ ਬੋਲਦੇ ਹਾਂ। ਇਸ ਤੋਂ ਬਾਅਦ ਇਹ ਕੋਣ ਹੈ ਸਾਡੇ ਕੋਲ ਜਿਸ ਦੀ ਕੀਮਤ 90 ਡਿਗਰੀ ਤੋਂ ਜ਼ਿਆਦਾ ਹੈ ਪਰ 180 ਡਿਗਰੀ ਤੋਂ ਘੱਟ ਹੈ, ਇਹਨੂੰ ਅਧਿਕ ਕੋਣ ਕਿਹਾ ਜਾਂਦਾ ਹੈ। अधिक कोण या ऑब्ट्यूज एंगल। ठीक है, ऑब्ट्यूज एंगल भी इन्हें कहा जाता है। ये साडे कोल सरल कोण है जिहड़ा कि सीधा कोण है। ठीक है, 180 डिग्री दे इहदी कीमत साडे कोल जिहड़ी 180 डिग्री हुंदी है। इस तो बाद ये साडे कोल कोण है, तुसीं देख सकते हो ये बाहर वाला कोण जिहड़ा वो असीं देखना है। ठीक है, जिथे साडे कोल ये सर्कल दा जिहड़ा आर्क है जिहड़ी बनाई हुई है। ठीक है, तो ये साडे कोल रिफ्लैक्स कोण है। तो जो कोण की जिहड़ी कीमत है वो 180 डिग्री तो ज़्यादा होए कोण का माप, तो 360 डिग्री तो घट होए तो उस कोण नूं असीं रिफ्लैक्स कोण बोलते हैं। रिफ्लैक्स कोण, ठीक है, इनू इंग्लिश दे विच भी असीं रिफ्लैक्स एंगल ही बोलते हैं, रिफ्लैक्स एंगल। हाँ जी, इस तो बाद चौथा जिहड़ा कोण है साडे कोल तुसीं देख सकते हो, इहदी कीमत जिहड़ी है माप है वो 360 डिग्री है। ठीक है, तो इसनूं असीं संपूर्ण कोण बोलते हैं। संपूर्ण कोण या फिर इंग्लिश दे विच कंप्लीट एंगल। ठीक है स्टूडेंट्स, इस तो बाद अगे साडे कोल है तीजा सवाल, कोण नूं हमेशा घड़ी दी उल्ट दिशा विच मापिया जांदा है, सही गलत। We can measure angle in anti-clockwise direction, true or false? ये true है, बिल्कुल सही है, true। ठीक है, सही। मतलब जदों तुसीं कोण नूं नापदे हो, ये साडे कोल जिहड़ी इनिशियल रे है एक, ठीक है, ਇਹਦੇ ਤੋਂ ਅਸੀਂ ਕੋਣ ਨਾਪਣਾ ਹੋਏ ਤੇ ਇਹ ਬਿੰਦੂ ਸਾਡੇ ਕੋਲ ਅਸੀਂ ਮੰਨ ਲੈਂਦੇ ਹਾਂ ਕਿ ਉਹ ਹੈ। ਠੀਕ ਹੈ, ਔਰ ਇਹ ਬਿੰਦੂ ਸਾਡੇ ਕੋਲ ਇਹ ਹੈ। ਇਸ ਰੇ ਨੂੰ ਜਦੋਂ ਅਸੀਂ ਰੋਟੇਟ ਕਰਾਂਗੇ ਇਸ ਢੰਗ ਦੇ ਨਾਲ ਕਿ ਜਿਹੜਾ ਉਹ ਬਿੰਦੂ ਹੈ ਉਹ ਸਾਡੇ ਕੋਲ ਫਿਕਸ ਰਹੇ, ਸਥਿਰ ਰਹੇ। ਠੀਕ ਹੈ, ਤੇ ਪੂਰੀ ਜਿਹੜੀ ਰੇ ਹੈ, ਪੂਰੀ ਕਿਰਨ ਹੈ, ਉਹਨੂੰ ਅਸੀਂ ਇੱਥੇ ਰੋਟੇਟ ਕਰ ਦਈਏ ਤਾਂ ਜਿਹੜੀ ਨਵੀਂ ਪੋਜੀਸ਼ਨ ਸਾਡੇ ਕੋਲ ਹੋਏਗੀ ਕਿਰਨ ਦੀ, ਉਹ ਸਾਡੇ ਕੋਲ ਇਹ ਵਾਲੀ ਪੋਜੀਸ਼ਨ ਜਿਹੜੀ ਆ ਉਹ ਬਣ ਜਾਏਗੀ। ਠੀਕ ਹੈ, मान लो कि जी ओ बी पोजीशन है, साडे कोल नवीं पोजीशन है ओ, ते पॉइंट साडे कोल जिहड़ा इत्थे बी है। ठीक है, तो कोण जिहड़ा असीं एंटी क्लॉकवाइज ही मैजर करते हैं हमेशा घड़ी दी उल्ट दिशा दे विच। ठीक है, जेकर तुसीं हायर क्लासिस दे विच पढ़ोगे, जे कोण नूं असीं घड़ी दी दिशा दे वल मिणदे हैं, ठीक है, इसी रे नूं ਉੱਪਰ ਵਾਲੀ ਸਾਈਡ ਦੀ ਬਜਾਏ ਅਸੀਂ ਨੀਚੇ ਵਾਲੀ ਸਾਈਡ ਨੂੰ ਜੇਕਰ ਅਸੀਂ ਰੋਟੇਟ ਕਰ ਲਈਏ ਤਾਂ ਇਹਦੇ ਵਿੱਚ ਕੋਣ ਜਿਹੜਾ ਉਹ ਸਾਡੇ ਕੋਲ ਫਿਰ ਨੈਗੇਟਿਵ ਕੋਣ ਹੋ ਜਾਂਦਾ। ਨੀਚੇ ਵਾਲੇ ਕੋਣ ਨੂੰ ਅਸੀਂ ਨੈਗੇਟਿਵ ਕੋਣ ਜਿਹੜਾ ਗਿਣਦੇ ਹਾਂ। ਠੀਕ ਹੈ, ਇਹਨੂੰ ਅਸੀਂ ਪੋਜ਼ਿਟਿਵ ਕੋਣ ਗਿਣਦੇ ਹਾਂ। ठीक,
ਇਸ ਤੋਂ ਬਾਅਦ ਅਗਲਾ ਸਾਡੇ ਕੋਲ ਸਵਾਲ ਹੈ ਚੌਥਾ। ਇਹਦੇ ਵਿੱਚ ਸਾਨੂੰ ਦੋ ਕੋਣ ਜਿਹੜੇ ਦਿੱਤੇ ਗਏ ਨੇ, ਡਾਇਗਰਾਮ ਤੁਸੀਂ ਦੇਖ ਸਕਦੇ ਹੋ। x ਜਿਹੜਾ ਕੋਣ ਹੈ ਉਹ 40 ਡਿਗਰੀ ਹੈ ਤੇ 50 ਜਿਹੜਾ y ਜਿਹੜਾ ਕੋਣ ਹੈ ਉਹ ਸਾਡੇ ਕੋਲ 50 ਡਿਗਰੀ ਹੈ, 50 ਡਿਗਰੀ ਦਾ ਇਹਦਾ ਮਾਪ ਹੈ। ਤੇ b ਕੋਣ ਜਿਹੜਾ ਇੱਕ ਇੱਥੇ ਦਿੱਤਾ ਹੋਇਆ x ਬਰਾਬਰ ABC ਜਿਹੜਾ ਕੋਣ ਹੈ ਇਹ 40 ਡਿਗਰੀ ਦਿੱਤਾ ਹੋਇਆ ਹੈ, ਔਰ AB ਇੱਥੇ ਗੜਬੜ ਕੀਤੀ ਹੋਈ ਹੈ ਕੁਛ, ABC ਇਹ ਸਾਡੇ ਕੋਲ ABC ਕੋਣ ਹੈ ਜਿਹੜਾ ਕਿ ਜੋ ਕਿ 50 ਡਿਗਰੀ ਹੈ ABC, ਔਰ ਇਹ ਜਿਹੜਾ ਕੋਣ ਹੈ ਇਹ ਸਾਡੇ ਕੋਲ DBC ਕੋਣ ਹੈ, ਠੀਕ ਹੈ, ਜਿਸ ਦਾ ਮਾਪ ਜਿਹੜਾ ਉਹ ਸਾਡੇ ਕੋਲ 40 ਡਿਗਰੀ ਹੈ। तो ਇਹਦੇ ਚ x ਤੇ y ਜਿਹੜੇ ਦੋਨੋਂ ਕੋਣ ਨੇ ਇਹ ਕਿਹੜੇ ਕੋਣ ਨੇ, ਠੀਕ ਹੈ, ਇਹ ਸਾਡੇ ਕੋਲ ਪੂਰਕ ਕੋਣ ਨੇ। ਜਦੋਂ ਵੀ ਦੋ ਕੋਣਾਂ ਦਾ ਜਿਹੜਾ ਜੋੜ ਹੈ ਉਹ 90 ਡਿਗਰੀ ਹੋਵੇ ਤਾਂ ਉਹਨਾਂ ਕੋਣਾਂ ਨੂੰ ਪੂਰਕ ਕੋਣ ਕਿਹਾ ਜਾਂਦਾ ਹੈ, ਠੀਕ ਹੈ, ਕੰਪਲੀਮੈਂਟਰੀ ਐਂਗਲਸ। ठीक है, इन्होंने कॉम्प्लीमेंटरी एंगल्स आप बोलते हैं। जी दूसरे सवाल ਦੇ ਵਿੱਚ ਸਾਡੇ ਕੋਲ ਕੋਣ x ਤੇ ਕੋਣ y ਦੋ ਨੇ ਕੋਣ, ਔਰ ਦੋਨਾਂ ਦਾ ਜਿਹੜਾ ਜੋੜ ਹੈ ਉਹ ਸਾਨੂੰ 180 ਡਿਗਰੀ ਦਿੱਤਾ ਹੋਇਆ ਹੈ। ਇਹਨਾਂ ਨੂੰ ਅਸੀਂ ਜਿਵੇਂ ਪਿਛਲੇ ਦੇ ਵਿੱਚ ਅਸੀਂ ਇੱਥੇ ਪੂਰਕ ਕੋਣ ਲਿਖਿਆ ਸੀ, ਇਹ ਸਾਡੇ ਕੋਲ ਅਗਰ ਜੋੜ 90 ਡਿਗਰੀ ਹੋਵੇ ਤਾਂ ਕੋਣ ਪੂਰਕ ਕੋਣ ਹੁੰਦੇ ਨੇ, ਅਗਰ ਦੋ ਕੋਣਾਂ ਦਾ ਜੋੜ 180 ਡਿਗਰੀ ਹੈ ਇਹਨਾਂ ਨੂੰ ਅਸੀਂ ਸੰਪੂਰਕ ਕੋਣ ਕਹਿੰਦੇ ਹਾਂ, ਸੰਪੂਰਕ ਕੋਣ, ਠੀਕ ਹੈ। ਸਪਲੀਮੈਂਟਰੀ ਐਂਗਲਸ, ਇਹਨਾਂ ਨੂੰ ਸਪਲੀਮੈਂਟਰੀ ਐਂਗਲਸ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਸਾਡੇ ਕੋਲ ਫਿਰ ਕੋਣ x ਤੇ y ਦਾ ਜਿਹੜਾ ਜੋੜ ਹੈ ਉਹ 180 ਡਿਗਰੀ ਇੱਥੇ ਦਿੱਤਾ ਹੋਇਆ ਹੈ, ਠੀਕ ਹੈ। ਤਾਂ ਇਹ ਕੋਣ ਦੋਨੋਂ ਕੋਣ ਮਿਲ ਕੇ ਇੱਕ ਸਾਡੇ ਕੋਲ ਇੱਕ ਤੇ ਇਹਨਾਂ ਦਾ ਜੋੜ ਜਿਹੜਾ ਉਹ ਸਾਡੇ ਕੋਲ 180 ਡਿਗਰੀ ਹੈ, ਠੀਕ ਹੈ। ਦੂਸਰਾ ਇਸ ਦੋਨੋਂ ਕੋਣ ਮਿਲ ਕੇ ਇਹਨਾਂ ਦੀਆਂ ਜਿਹੜੀਆਂ ਗੈਰ ਸਾਂਝੀਆਂ ਭੁਜਾਵਾਂ ਨੇ ਉਹ ਇੱਕ ਸਿੱਧੀ ਰੇਖਾ ਬਣਾਉਂਦੀਆਂ ਨੇ, ਠੀਕ ਹੈ। ਇਹਨਾਂ ਨੂੰ ਅਸੀਂ ਰੇਖੀ ਜੋੜਾ ਵੀ ਬੋਲਦੇ ਹਾਂ ਜਾਂ ਲੀਨੀਅਰ ਪੇਅਰ ਕਹਿੰਦੇ ਹਾਂ, ਠੀਕ ਹੈ। ਤਾਂ ਐਂਗਲ x ਐਂਡ ਐਂਗਲ y ਆਰ ਸਪਲੀਮੈਂਟਰੀ ਐਂਗਲਸ, ठीक है, सप्लीमेंट्री एंगल्स एज वेल एज लीनियर पेयर, एज वेल एज लीनियर पेयर। और इत्थे असीं की लिखांगे x ते y ਜਿਹੜੇ ਸਾਡੇ ਕੋਲ ਸੰਪੂਰਕ ਕੋਣ ਹਨ, ਸੰਪੂਰਕ ਕੋਣ ਹੋਣ ਦੇ ਨਾਲ ਨਾਲ ਇਹ ਸਾਡੇ ਕੋਲ ਰੇਖੀ ਜੋੜਾ ਵੀ ਬਣਾਉਂਦੇ ਹਨ, ਠੀਕ ਹੈ, ਰੇਖੀ ਜੋੜਾ। ਔਰ ਇਹਨਾਂ ਨੂੰ ਅਸੀਂ ਲਾਗਵੇਂ ਕੋਣ ਵੀ ਕਹਿ ਸਕਦੇ ਹਾਂ, ਲਾਗਵੇਂ ਕੋਣ ਜਾਂ ਐਡਜੈਸੈਂਟ ਐਂਗਲਸ ਵੀ ਕਿਹਾ ਜਾ ਸਕਦਾ ਹੈ, ਠੀਕ ਹੈ, ਐਡਜੈਸੈਂਟ ਐਂਗਲਸ। तो लीनियर पेयर एंगल्स की जगह ते एडजेसेंट एंगल्स इत्थे आ सकदा है, और रेखी जोड़ा कोण की जगह इत्थे साडे कोल लागवें कोण भी आ सकदा है, ठीक है। इस तो बाद साडे कोल पंजवां सवाल है ए ते बी, ए बी ते सी डी दो लाइन्स जिहड़ियां आपस दे विच इत्थे कट करदियां पईयां ने पॉइंट ओ दे उत्ते, और ये साडे कोल एक्स ते वाई कोण जनरेट हो रहा है इधर पी ते क्यू, ठीक है। तो चित्र विच कोण पी बराबर कोण क्यू है, कोण पी अते कोण क्यू शिखर सन्मुख कोण हन, इन्हां नूं असीं शिखर सन्मुख कोण कहने, ठीक है। ਜਦੋਂ ਵੀ ਦੋ ਰੇਖਾਵਾਂ ਆਪਸ ਦੇ ਵਿੱਚ ਕੱਟਦੀਆਂ ਨੇ ਤਾਂ ਜਿਹੜੇ ਇੱਥੇ ਕੋਣ ਸਾਡੇ ਕੋਲ ਜਨਰੇਟ ਹੁੰਦੇ ਨੇ, ਜਿਵੇਂ ਇਹ ਕੋਣ ਹੈ ਔਰ ਦੂਸਰੀ ਇੱਕ ਸਾਈਡ ਸਾਡੇ ਕੋਲ ਇਹ ਕੋਣ ਹੈ, ਦੂਸਰੀ ਸਾਈਡ ਸਾਡੇ ਕੋਲ ਇਹ ਕੋਣ ਹੈ, ਇਹ ਦੋਨੋਂ ਸਿਖਰ ਸਨਮੁਖ ਕੋਣ ਨੇ, ਇਹਨਾਂ ਦਾ ਮਾਪ ਹੈ ਜਿਹੜਾ ਉਹ ਆਪਸ ਦੇ ਵਿੱਚ ਬਰਾਬਰ ਹੋਏਗਾ, ਔਰ ਇਹ ਜਿਹੜੇ ਕੋਣ ਨੇ ਇਹਨਾਂ ਦਾ ਮਾਪ ਵੀ ਬਰਾਬਰ ਹੋਏਗਾ, ਇਹ ਵੀ ਸਿਖਰ ਸਨਮੁਖ ਕੋਣ ਨੇ, ਠੀਕ ਹੈ। ਤਾਂ ਜਦੋਂ ਦੋ ਰੇਖਾਵਾਂ ਆਪਸ ਵਿੱਚ ਕੱਟਦੀਆਂ ਨੇ ਜਾਂ ਇੰਟਰਸੈਕਟ ਕਰਦੀਆਂ ਨੇ ਤਾਂ ਸਾਡੇ ਕੋਲ ਦੋ ਸਿਖਰ ਸਨਮੁਖ ਕੋਣਾਂ ਦੇ ਜੋੜੇ ਜਿਹੜੇ ਬਣਦੇ ਨੇ, ठीक है। तो कोण x बराबर कोण y है, x ਅਤੇ y शिखर सन्मुख कोण ਹਨ, p ਤੇ q ਵੀ शिखर सन्मुख कोण ਨੇ ਤੇ x ਤੇ y ਇਹ ਵੀ ਸਾਡੇ ਕੋਲ शिखर सन्मुख कोण ਨੇ, ठीक है। in figure angle p and angle q are vertically opposite angles, vertically opposite angles, ठीक है। similarly x and y are vertically opposite angles, ਇਹਨਾਂ ਨੂੰ ਵੀ ਅਸੀਂ vertically opposite angle ਬੋਲਦੇ ਹਾਂ। ਇਸ ਤੋਂ ਬਾਅਦ 6ਵਾਂ ਸਵਾਲ ਸਾਡੇ ਕੋਲ ਦੇਖ ਸਕਦੇ ਹੋ ਤੁਸੀਂ, PQ ਤੇ RS ਜਿਹੜੀਆਂ ਰੇਖਾਵਾਂ ਨੇ ਉਹ ਆਪਸ ਦੇ ਵਿੱਚ ਇੱਥੇ ਕੱਟ ਰਹੀਆਂ ਨੇ, PQ ਤੇ RS ਇਹ ਰੇਖਾਵਾਂ ਜਿਹੜੀਆਂ ਸਮਾਨਾਂਤਰ ਦਿੱਤੀਆਂ ਹੋਈਆਂ ਨੇ, ਠੀਕ ਹੈ। ਰੇਖਾ PQ ਅਤੇ ਰੇਖਾ RS ਕਾਟਵੀਆਂ ਰੇਖਾਵਾਂ ਹਨ, ਕਾਟਵੀਆਂ ਰੇਖਾਵਾਂ, ठीक है।
these lines are intersecting lines. ਇੰਟਰਸੈਕਟਿੰਗ ਲਾਈਨਸ ਇਹਨਾਂ ਨੂੰ ਅਸੀਂ ਬੋਲਦੇ ਹਾਂ, ਠੀਕ ਹੈ। ਦੂਸਰੇ ਕੇਸ ਦੇ ਵਿੱਚ ਜਿਹੜੇ PQ ਤੇ RS ਰੇਖਾਵਾਂ ਨੇ ਇਹ ਸਮਾਨਾਂਤਰ ਰੇਖਾਵਾਂ ਨੇ, ਸਮਾਨਾਂਤਰ ਰੇਖਾਵਾਂ ਹਨ ਲਾਈਨ PQ ਤੇ ਲਾਈਨ RS, ਠੀਕ ਹੈ। ਲਾਈਨ PQ ਐਂਡ ਲਾਈਨ RS ਆਰ ਪੈਰਲਲ ਲਾਈਨਸ, ਇਹਨਾਂ ਨੂੰ ਅਸੀਂ ਪੈਰਲਲ ਲਾਈਨਸ ਬੋਲਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਸੰਗਤ ਕੋਣ, ਕੋਰਸਪੋਂਡਿੰਗ ਐਂਗਲਸ। ਤੋ ਜਦੋਂ ਸਾਡੇ ਕੋਲ ਦੋ ਰੇਖਾਵਾਂ ਆਪਸ ਦੇ ਵਿੱਚ ਸਮਾਨਾਂਤਰ ਨੇ ਤੇ ਇੱਕ ਤੀਸਰੀ ਰੇਖਾ ਇਹਨਾਂ ਨੂੰ ਕੱਟਦੀ ਹੈ, ਇਹਨੂੰ ਅਸੀਂ ਕਾਟਵੀਂ ਰੇਖਾ ਬੋਲਦੇ ਹਾਂ ਜਾਂ ਅਸੀਂ ਇਹਨੂੰ ਟਰਾਂਸਵਰਸਲ ਲਾਈਨ ਵੀ ਬੋਲਦੇ ਹਾਂ, ਠੀਕ ਹੈ। ਕਾਟਵੀਂ ਰੇਖਾ ਤੇ ਸਾਡੇ ਕੋਲ ਦੋਨੋਂ ਸਮਾਨਾਂਤਰ ਰੇਖਾਵਾਂ ਨੇ। ਤੋ ਇਹਦੇ ਵਿੱਚ ਜਿਹੜੇ ਸੰਗਤ ਕੋਣ ਹੈ ਉਹ ਸਾਡੇ ਕੋਲ ਕਿਹੜੇ ਕਿਹੜੇ ਹੁੰਦੇ ਆ। ਕੋਣ ਇੱਕ ਜਿਹੜਾ ਹੈ ਕੋਣ 5 ਦੇ ਸੰਗਤ ਹੋਏਗਾ, ਇੱਥੇ ਅਸੀਂ ਲਿਖ ਦਾਂਗੇ ਕੋਣ 1 ਅਤੇ ਕੋਣ 5, ਇਹ ਦੋਨੋਂ ਸੰਗਤ ਕੋਣ ਨੇ, ਇਹਨਾਂ ਦੀ ਕੀਮਤ ਵੀ ਜਿਹੜੀ ਬਰਾਬਰ ਹੋਏਗੀ। ਕੋਣ 2 ਜਿਹੜਾ ਹੈ ਉਹ ਕੋਣ 6 ਦੇ ਸੰਗਤ ਹੋਏਗਾ, ਕੋਣ 3 ਕੋਣ 8 ਦੇ ਸੰਗਤ ਹੋਏਗਾ ਤੇ ਕੋਣ 4 ਤੇ ਕੋਣ 7 ਜਿਹੜੇ ਇਹ ਵੀ ਸੰਗਤ ਕੋਣ ਬਣਦੇ ਨੇ, ਠੀਕ ਹੈ। ਇਕਾਂਤਰ ਅੰਦਰਲੇ ਕੋਣ ਆਲਟਰਨੇਟ ਇੰਟੀਰੀਅਰ ਐਂਗਲ ਸਾਡੇ ਕੋਲ ਇਹਦੇ ਵਿੱਚ ਕਿਹੜੇ ਹੁੰਦੇ ਆ, ਜਿਵੇਂ 3 ਕੋਣ ਹੈ ਇਸ ਸਾਈਡ ਤੇ ਦੂਸਰਾ ਇੱਧਰ ਕੋਣ 5 ਹੈ, तो कोण 3 ਅਤੇ कोण 5 और कोण 4 ਅਤੇ कोण 6, कोण 4 ਅਤੇ कोण 6, ठीक है। एकांतर बाहरले कोण 1 ਤੇ 8, कोण 1 ਅਤੇ कोण 8 और दूसरा ਸਾਡੇ ਕੋਲ ਹੈ कोण 2 ਅਤੇ कोण 7, कोण 2 ਅਤੇ कोण 7। ਕਾਟਵੀਂ ਰੇਖਾ ਦੀ ਇੱਕ ਹੀ ਦਿਸ਼ਾ ਦੇ ਅੰਦਰਲੇ ਕੋਣ ਅਲਾਈਡ ਐਂਗਲਸ ਕੋ ਇੰਟੀਰੀਅਰ ਐਂਗਲਸ ਉਹ ਸਾਡੇ ਕੋਲ ਕੋਣ 4 ਅਤੇ 5 ਹੋਣਗੇ ਤੇ ਨਾਲ ਹੀ ਕੋਣ 3 ਅਤੇ ਕੋਣ 6। ਕੋਰਸਪੋਂਡਿੰਗ ਐਂਗਲਸ ਜਾਂ ਸੰਗਤ ਕੋਣ ਜਿਹੜੇ ਆਪਸ ਦੇ ਵਿੱਚ ਵੀ ਬਰਾਬਰ ਹੁੰਦੇ ਨੇ, ਇੰਟੀਰੀਅਰ ਐਂਗਲਸ ਜਿਹੜੇ ਨੇ ਆਲਟਰਨੇਟ ਇੰਟੀਰੀਅਰ ਐਂਗਲਸ ਇਹਨਾਂ ਦੀ ਕੀਮਤ ਵੀ ਆਪਸ ਬਰਾਬਰ ਹੁੰਦੀ ਹੈ। ਆਲਟਰਨੇਟ ਐਕਸਟੀਰੀਅਰ ਐਂਗਲਸ ਦੀ ਵੈਲਿਊ ਜਿਹੜੀ ਮੈਜਰ ਹੈ ਇਹਨਾਂ ਦਾ ਉਹ ਵੀ ਆਪਸ ਬਰਾਬਰ ਹੋਏਗਾ, ਠੀਕ ਹੈ। मतलब कोण 5 है ਜਿਹੜਾ कोण 8 ਦੇ ਬਰਾਬਰ ਹੋਏਗਾ। ਤੇ ਇਸ ਤੋਂ ਬਾਅਦ ਜਿਹੜੀ ਕਾਟਵੀਂ ਰੇਖਾ ਦੀ ਇੱਕ ਹੀ ਦਿਸ਼ਾ ਦੇ ਅੰਦਰਲੇ ਕੋਣ ਜਿਹੜੇ ਹੁੰਦੇ ਨੇ ਇਹਨਾਂ ਦਾ ਜੋੜ ਸਾਡੇ ਕੋਲ 180 ਡਿਗਰੀ ਹੁੰਦਾ ਹੈ। ਇਹ ਕੋਣ ਜਿਹੜੇ 4 ਤੇ ਕੋਣ 5 ਨੇ ਇਹ ਸੰਪੂਰਕ ਕੋਣ ਹੋਏਗਾ, ਸੰਪੂਰਕ ਕੋਣ ਹੋਣਗੇ, ਠੀਕ ਹੈ। ਸਪਲੀਮੈਂਟਰੀ ਐਂਗਲਸ ਇਹਨਾਂ ਦਾ ਜੋੜ ਸਾਡੇ ਕੋਲ 180 ਡਿਗਰੀ ਹੁੰਦਾ। ਕੋਣ 3 ਤੇ ਕੋਣ 6 ਦਾ ਜਿਹੜਾ ਜੋੜ ਹੈ ਉਹ ਵੀ ਸਾਡੇ ਕੋਲ 180 ਡਿਗਰੀ ਬਣੇਗਾ। ਇਸ ਤੋਂ ਬਾਅਦ ਅਗਲਾ ਸਵਾਲ ਹੈ ਸਾਡੇ ਕੋਲ ਜੇਕਰ PQ ਸਮਾਨਾਂਤਰ ST, PQ ਤੇ ST ਇਹ ਦੋ ਰੇਖਾਵਾਂ ਜਿਹੜੀਆਂ ਉਹ ਸਮਾਨਾਂਤਰ ਦਿੱਤੀਆਂ ਗਈਆਂ ਨੇ, ਠੀਕ ਹੈ। ਇਹਨੂੰ ਥੋੜਾ ਸੀ ਵੱਡਾ ਕਰਕੇ ਬਣਾ ਲੈਂਦੇ ਹਾਂ, ਠੀਕ ਹੈ। ਤਾਂ ਕੋਣ ਜਿਹੜੀ ਸਾਡੇ ਕੋਲ PQ ਹੈ ST ਦੇ ਸਮਾਨਾਂਤਰ ਦਿੱਤੀ ਗਈ ਹੈ, ਠੀਕ ਹੈ। ਇਸ ਤੋਂ ਬਾਅਦ PQR = 110 ਡਿਗਰੀ, PQR ਦੀ ਜਿਹੜੀ ਕੀਮਤ ਹੈ ਮਾਪ ਹੈ ਉਹ ਸਾਡੇ ਕੋਲ 110 ਡਿਗਰੀ ਹੈ। RST ਜਿਹੜਾ ਐਂਗਲ ਹੈ RST ਇਹ ਸਾਡੇ ਕੋਲ 130 ਡਿਗਰੀ ਹੈ ਤੇ ਐਂਗਲ QRS ਜਿਹੜਾ ਹੈ ਅਸੀਂ ਪਤਾ ਕਰਨਾ ਹੈ, ਇਹਦਾ ਮਾਪ ਅਸੀਂ ਪਤਾ ਕਰਾਂਗੇ, ਠੀਕ ਹੈ। ਤਾਂ ਇਸ ਕੁਐਸਚਨ ਨੂੰ ਅਸੀਂ ਕਿਵੇਂ ਕਰਾਂਗੇ, ਦੇਖੋ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਇਹ ਜਿਹੜਾ PQ ਸਾਡੇ ਕੋਲ ਲਾਈਨ ਸੈਗਮੈਂਟ ਹੈ ਇਹਨੂੰ ਅਸੀਂ ਅੱਗੇ ਐਕਸਟੈਂਡ ਕਰ ਦਿੰਦੇ ਹਾਂ, ਇਹਨੂੰ ਹੋਰ ਵਧਾ ਲੈਂਦੇ ਹਾਂ ਅੱਗੇ, ਠੀਕ। ਲਓ ਜੀ, ਠੀਕ ਹੈ। P ਤੇ Q ਨੂੰ ਅਸੀਂ ਅੱਗੇ ਵਧਾ ਲਿਆ, ਉਹਦੇ ਨਾਲ ਹੁਣ ਸਾਡੇ ਕੋਲ ਇਹ ਜਿਹੜਾ ਅੱਗੇ ਸਾਡੇ ਕੋਲ ਲਾਈਨ ਸੈਗਮੈਂਟ ਬਣਿਆ ਇਹ ਵੀ ਤਾਂ ST ਦੇ ਸਮਾਨਾਂਤਰ ਹੀ ਹੋਏਗਾ, ਠੀਕ ਹੈ। ਇਹਨੂੰ ਅਸੀਂ ਇੱਥੇ ਬਿੰਦੂ ਜਿਹੜਾ K ਰੱਖ ਲੈਂਦੇ ਹਾਂ, ਠੀਕ। तो अगर ਇਹ ਕੋਣ ਸਾਡੇ ਕੋਲ 130 ਡਿਗਰੀ ਹੈ ਤਾਂ ਇਹ ਕੋਣ ਵੀ ਸਾਡੇ ਕੋਲ 130 ਡਿਗਰੀ ਦਾ ਹੀ ਹੋਏਗਾ। ਇਹ ਸਾਡੇ ਕੋਲ ਦੋਨੋਂ ਸੰਗਤ ਕੋਣ ਜਿਹੜੇ ਬਣਦੇ ਨੇ, ਠੀਕ ਹੈ। ਅਗਰ ਇਹ ਕੋਣ ਸਾਡੇ ਕੋਲ 130 ਡਿਗਰੀ ਦਾ ਹੈ ਤਾਂ ਇਹ ਕੰਪਲੀਟ ਐਂਗਲ ਜਿਹੜਾ ਸਾਡੇ ਕੋਲ 180 ਡਿਗਰੀ ਹੋਣਾ ਚਾਹੀਦਾ ਹੈ। ਅਗਰ ਇਹ 30 ਹੈ ਇਸ ਸਾਈਡ ਤਾਂ ਇਹ ਵਾਲਾ ਜਿਹੜਾ ਕੋਣ ਹੈ ਇਹ ਸਾਡੇ ਕੋਲ ਬਣਦਾ ਹੈਗਾ 50 ਡਿਗਰੀ ਦਾ। ਇਸੇ ਢੰਗ ਦੇ ਨਾਲ ਇਹ ਜਿਹੜਾ ਕੋਣ ਹੈ ਕੰਪਲੀਟ ਐਂਗਲ ਜਦੋਂ ਅਸੀਂ ਇਹਨੂੰ ਕਰਾਂਗੇ, ਅਗਰ ਇੱਧਰ ਸਾਡੇ ਕੋਲ 110 ਹੈ ਤੇ ਅੰਦਰ ਵਾਲਾ ਕੋਣ ਸਾਡੇ ਕੋਲ 70 ਡਿਗਰੀ ਹੋਏਗਾ, ਠੀਕ ਹੈ। तो ये 70 डिग्री ये 50 डिग्री दोनों का जोड़ साढ़े को 120 डिग्री, तो त्रिभुज के तिना कोणों का जोड़ साढ़े को 180 डिग्री होना चाहिए। तो इसलिए ये कोण जड़ा साढ़े को कितना होएगा 60 डिग्री का होएगा, ठीक है। तो हुण असी इनू लिखना किवें वो असी देख लैने। हल तो PQ साढ़े कोल समानांतर है ST दे एंड एंगल PQR
ਇਕੁਅਲਸ ਟੂ 110 ਡਿਗਰੀ 110 ਡਿਗਰੀ ਤੇ ਕੋਣ ਸਾਡੇ ਕੋਲ TSR ਜਾਂ RST ਵੀ ਲਿਖਿਆ ਜਾ ਸਕਦਾ ਹੈ, ਇਹ ਸਾਡੇ ਕੋਲ 130 ਡਿਗਰੀ ਹੈ। ਠੀਕ ਹੈ, तो सब तो पहला असी जी PQ लाइन है इनू अगे असी वधा दिंदे हां। ठीक है, ये SR नू बिंदु ते मान लो कि इत्थे L ते कटदी है। ठीक है, PQ नू अगे वधाओ तां जो ए SR नू बिंदु L ते कटे। बिंदु L ते कटे। ठीक है, तो अगे जिहड़ा ये साडे कोल बिंदु है इहनू असीं K बिंदु जिहड़ा मान लैंदे हां। ठीक है, तो ST साडे कोल समान अंतर LK होएगा। ठीक है, ਇਹਦੇ ਤੋਂ ਸਾਡੇ ਕੋਲ ਕੀ ਬਣੇਗਾ ਕਿ ਕੋਣ ਜਿਹੜਾ ਸਾਡੇ ਕੋਲ STR 130 ਡਿਗਰੀ ਸੀਗਾ ਤੇ ਕੋਣ KLR ਹੈ ਜਿਹੜਾ ਇਹ TSR ਦੇ ਇਕੁਅਲ ਹੋਏਗਾ। तो कोण KLR बराबर होएगा कोण TSR ਦੇ और ये ਕਿਹੜੇ ਕੋਣ ਹੋਣਗੇ ਸਾਡੇ ਕੋਲ ਇਹਨਾਂ ਨੂੰ ਅਸੀਂ ਸੰਗਤ ਕੋਣ ਬੋਲਦੇ ਹਾਂ, ਕੋਰਸਪੋਂਡਿੰਗ ਐਂਗਲਸ। ठीक है, पर ਜਿਹੜਾ ਕੋਣ TSR ਹੈ ਇਹਦੀ ਕੀਮਤ ਅਸੀਂ ਉੱਪਰ ਲਿਖ ਕੇ ਆਏ ਹਾਂ, पर कोण TSR इक्वल्स टू 130 डिग्री, इसलिए कोण KLR भी साडे कोल 130 डिग्री बन जाएगा। ठीक है, कोण KLR ये भी साडे कोल 130 डिग्री बन जाता है। तो हुण असीं की करना है, कोण KLR ते कोण QLR इन्हां दा जोड़ जिहड़ा साडे कोल वो भी 180 डिग्री बनेगा। ठीक है, तो असीं इत्थे लिख लेने कोण KLR प्लस QLR। हुण कोण KLR प्लस QLR इक्वल्स टू 180 डिग्री और इहदे विचों KLR दी जिहड़ी कीमत है वो साडे कोल 130 डिग्री है प्लस QLR इक्वल्स टू 180 डिग्री। तो कोण QLR दी कीमत असीं पता करनी है, तो 180 डिग्री दे विचों 130 डिग्री माइनस करांगे और ये साडे कोल 50 डिग्री आ जाएगा। ठीक है, तो कोण QLR दी जो वैल्यू है साडे कोल जो माप है वो 50 डिग्री बन जाएगा, जिहदी कि आपां पहलां स्टार्टिंग शुरुआत दे विच गल करके आए हैं। ठीक है, ये कोण 50 डिग्री हो गया। इन द सेम वे SQR जिहड़ा कोण है वो असीं पता कर सकते हैं, लिख देते हैं कोण PQR जमा कोण LQR, सॉरी PQR ते LQR दोनों का जोड़ जिहड़ा वो भी साडे कोल 180 डिग्री बनेगा अते कोण LQR जमा कोण PQR बराबर 180 डिग्री और कोण LQR की जिहड़ी कीमत है वो साडे कोल असीं पता करनी है। PQR जिहड़ा कोण है इहदा माप है साडे कोल 110 डिग्री। ठीक है, तो कोण LQR जो है ये साडे कोल बनेगा 180 डिग्री माइनस 110 डिग्री बराबर 70 डिग्री। LQR बराबर 70 डिग्री। तो इस त्रिभुज दे हुण सानू दो कोण जिहड़े वो पता चल जांदे ने इत्थों। ठीक है, इस त्रिभुज दे विच दो कोण पता चल जांदे ने, तीसरा कोण असीं बड़ी आसानी दे नाल पता कर सकते हैं। तो असीं लिख सकते हैं कि त्रिभुज RQS दे विच QSR कोण जिहड़ा 50 डिग्री है, SQR कोण 70 डिग्री है, तो QRS कोण जिहड़ा सानू पता करने वास्ते कहा गया वो असीं पता कर लांगे। ठीक है, तो त्रिभुज LQR विच कोण LQR जमा कोण QLR जमा कोण QSR। ठीक है, LQR QLR ते QRS बनेगा, तो QS QRS या इनू QRL भी लिख सकते हैं, QRS भी लिख सकते हैं। ठीक है, QRS
ਤਿੰਨਾਂ ਦਾ ਜੋੜ ਸਾਡੇ ਕੋਲ 180 ਡਿਗਰੀ ਹੈ ਕਿਉਂਕਿ ਇਹ ਤਿੰਨੋਂ ਤ੍ਰਿਭੁਜ ਦੇ ਕੋਣ ਨੇ। ਠੀਕ ਹੈ, ਤ੍ਰਿਭੁਜ ਦੇ ਤਿੰਨਾਂ ਕੋਣਾਂ ਦਾ ਜੋੜ ਜਿਹੜਾ ਉਹ ਸਾਡੇ ਕੋਲ ਹਮੇਸ਼ਾ 180 ਡਿਗਰੀ ਹੁੰਦਾ ਹੈ। ਤਾਂ ਕੋਣ LQR ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਬੱਚੇ 70 ਡਿਗਰੀ ਹੈ। QLR ਦੀ ਜਿਹੜੀ ਕੀਮਤ ਹੈ ਉਹ ਅਸੀਂ ਕਰਕੇ ਆਏ ਹਾਂ, ਉਹ 50 ਡਿਗਰੀ ਹੈ। ਔਰ QRS ਦੀ ਕੀਮਤ ਅਸੀਂ ਇੱਥੋਂ ਪਤਾ ਕਰ ਸਕਦੇ ਹਾਂ। ਤਾਂ 70 ਤੇ 50 ਸਾਡੇ ਕੋਲ 120 ਹੋ ਜਾਣਗੇ। तो कोण QRS बराबर 180 डिग्री माइनस 120 डिग्री बराबर 60 डिग्री। ठीक है जी, तो इस ही कोण की जी कीमत है वो असी पता करनी सी। कोण QRS बराबर 60 डिग्री, ये साडे कोल उत्तर है इस सवाल का। कोई चीज़ नहीं पता लगी तो वीडियो नूं रिपीट करके देख सकते हो। इस तो बाद अगे साडे कोल क्वेश्चन है 9वां सवाल, जेकर AB समानांतर CD है, AB ते CD दोनों आपस दे विच समानांतर ने, कोण APQ 50 डिग्री है, 50 डिग्री का कोण है, PRD साडे कोल PRD 127 डिग्री का कोण है, X अते Y का जिहड़ा मुल है वो असीं पता करना है इहदे विच। ठीक है, हल तो पहला जो जो चीज़ां सानूं दित्तियां ने वो असीं लिख लांगे। AB समानांतर CD है, एंगल APQ ये बराबर साढ़े कोल 50 डिग्री है, और एंगल PRD ये अपने कोल 127 डिग्री है। ठीक है, तो एक्स ते वाई का असीं मुल पता करना है। तो सब तो पहला अगर इत्थे ध्यान दे नाल देखो तो एक्स ते 50 डिग्री ये दोनों जिहड़े कोण ने ये साढ़े कोल एकांतर अंदरले कोण बनते हैं। तो एक्स की जिहड़ी कीमत है वो साढ़े कोल 50 डिग्री के बराबर होएगी। ठीक है, इत्थे असीं लिख देंगे AB समानांतर CD है अते PQ काटवीं रेखा है, सो X बराबर 50 डिग्री। ठीक है, जहां असीं इत्थे पहला लिख सकते हैं कोण PQR इक्वल्स टू APQ। ठीक है, वो कीमत ओदी भी साडे कोल X, फिर असीं बाद विच इहदी कीमत X भर दांगे, इहदी 50 भर दांगे, तो साडे कोल ओही बन जाएगा। तो X की कीमत है जिहड़ी इत्थे साडे कोल 50 डिग्री बन जाती है। और ये किहड़े कोण ने? एकांतर अंदरले कोण। एकांतर अंदरले कोण। ठीक है, इसे ढंग दे नाल हुण असीं y की जिहड़ी वैल्यू है वो पता करनी है, पर उस तो पहला सानूं ये जिहड़ा एंगल है पता करना पेगा। ठीक है, त्रिभुज दे अगर सानूं दो कोण पता होणगे तो तीसरा कोण जिहड़ा असीं बड़ी आसानी दे नाल पता कर सकते हैं। ठीक है, या असीं ये भी कर सकते हैं कि ये दोनों कोणों का जिहड़ा जोड़ है वो साडे कोल इस कोण के बराबर होएगा, या एक ये भी हो सकता है कि त्रिभुज का ये बाहरी कोण है साडे कोल 127 डिग्री, तो ये अंदरले सन्मुख कोण ने। ठीक है, तो इन्हां दा जोड़ जिहड़ा वो 127 डिग्री के बराबर बनेगा। इस चीज़ नूं चलो असीं यूज कर लेंगे। ठीक है, तो असीं लिखांगे त्रिभुज PQR विच 127 डिग्री जिहड़ा है वो बाहरी कोण है। त्रिभुज PQR विच बाहरी कोण का माप 127 डिग्री। ठीक है, तो अंदरले दोनों कोणों का जिहड़ा माप जोड़ है, सन्मुख कोणों का जोड़, वो बाहरी कोण के बराबर होंदा है। तो x जमा y साडे कोल कितना हो जाएगा? 127 डिग्री। x जमा y बराबर 127 डिग्री। ठीक है, इसका कारण भी असीं इत्थे लिख सकते हैं कि बाहरी कोण का माप बराबर अंदरले सन्मुख कोणों का जोड़। अंदरले सन्मुख कोणों का जोड़। ठीक है, तो x की कीमत जी सानू पता है कि 50 डिग्री है, जमा y बराबर 127 डिग्री। तो ये y की कीमत असीं पता कर लांगे 127 127 डिग्री माइनस 50 डिग्री। ठीक है, तो ये माइनस करने से साडे कोल 77 डिग्री बचेगा। ठीक है बच्चे, तो x की वैल्यू साडे कोल जिहड़ा माप है वो 50 डिग्री है, तो y की जो वैल्यू है वो साडे कोल 77 डिग्री बन जाती है। ठीक, इस तो बाद अगला सवाल है साडे कोल, जेकर रेखावां PQ अते RS बिंदु T ते कटदियां होण, PQ ते RS साडे कोल बिंदु T दे उत्ते कटदियां ने, PRT
PRT ਜਿਹੜਾ ਕੋਣ ਹੈ ਸਾਡੇ ਕੋਲ 40 ਡਿਗਰੀ ਹੈ ਔਰ RPT ਕੋਣ ਜਿਹੜਾ ਸਾਡੇ ਕੋਲ 95 ਡਿਗਰੀ ਹੈ। TSQ ਇਹ ਸਾਡੇ ਕੋਲ 75 ਡਿਗਰੀ ਹੈ। ਤਾਂ SQT ਪਤਾ ਕਰੋ, SQT ਕੋਣ ਜਿਹੜਾ ਸੀ ਉਹ ਪਤਾ ਕਰਨਾ ਹੈ। ਠੀਕ ਹੈ, ਤੋ ਇਹਦੇ ਵਿੱਚ ਹੁਣ ਸਾਡੇ ਕੋਲ ਦੋ ਤ੍ਰਿਭੁਜਾਂ ਬਣਦੀਆਂ ਨੇ, ਤੁਸੀਂ ਦੇਖ ਸਕਦੇ ਹੋ TPR ਤੇ TSQ। ਤੇ ਇਹਦੇ ਵਿੱਚ ਇੱਕ ਹੋਰ ਚੀਜ਼ ਆਪਾਂ ਜੇ ਦੇਖੀਏ, ਇਹ ਜਿਹੜੇ ਸਾਡੇ ਕੋਲ ਸਿਖਰ ਸਨਮੁਖ ਕੋਣ ਨੇ ਤੇ ਇਹਨਾਂ ਦੋਨਾਂ ਦਾ ਜਿਹੜਾ ਮਾਪ ਹੈ ਉਹ ਬਰਾਬਰ ਹੋਏਗਾ, ਇੱਕ ਸਮਾਨ ਹੋਏਗਾ। ਠੀਕ ਹੈ, तो ਅਸੀਂ ਇੱਥੇ ਲਿਖ ਲੈਂਦੇ ਹਾਂ ਹਲ। ਜੋ ਚੀਜ਼ ਸਾਡੇ ਕੋਲ ਦਿੱਤੀ ਹੋਈ ਹੈ, ਕੋਣ PRT ਇਹ ਆਪਣੇ ਕੋਲ 40 ਡਿਗਰੀ ਹੈ, ਕੋਣ RPT ਇਹ ਸਾਡੇ ਕੋਲ 95 ਡਿਗਰੀ ਹੈ, कोण TSQ ये साढ़े कोल 75 डिग्री है। ठीक है, तो त्रिभुज एक चीज आप पहले इत्थे लिख लेने हैं, कोण PTR बराबर है कोण STQ। और ये दोनों कोण क्यों बराबर ने? शिखर सन्मुख कोण ने। शिखर सन्मुख कोण। ठीक है, तो इहदी कीमत हम सानू इहदी लोड़ किथे पैगी आपां देखदे हांगे। हुण त्रिभुज PRT अते त्रिभुज SQT विच या STQ विच दोनों त्रिभुजां विच जिहड़े तिन्नां कोणां दा जोड़ है वो साडे कोल 180 डिग्री होएगा। तो PRT बराबर 40 डिग्री, कोण PRT जिहड़ा वो साडे कोल 40 डिग्री है और इहनूं आपां इवें लिखदे हां पहलां, कोण PRT जमा कोण RPT जमा कोण PTR। ठीक है, इस त्रिभुज के असीं तीनों कोण लिख लेने, तिन्नां कोणां दा जिहड़ा जोड़ है वो साडे कोल 180 डिग्री होएगा। ठीक है, इसे ढंग दे नाल दूसरी त्रिभुज दे विच कोण TSQ जमा कोण जिहड़ा असीं पता करना है कोण SQT, कोण SQT और तीसरा कोण जिहड़ा साडे कोल है कोण STQ। ठीक है, ये वाला कोण जिन्हों असी STQ लिखा, कोण TSQ ते कोण SQT। ठीक है, ये तीनों कोणां दा जिहड़ा जोड़ है वो साडे कोल 180 डिग्री बनेगा। हुण ये दोनों इक्वेशनस असीं देख सकते हैं कि खब्बे पासे दी जिहड़ी कीमत है वो साडे कोल सज्जे पासे 180 डिग्री दे बराबर है। जेकर दोनों इक्वेशन दे सज्जे पासे साडे कोल बराबर ने ਤਾਂ ਇਹਦੇ ਤੋਂ ਅਸੀਂ ਲਿਖ ਸਕਦੇ ਹਾਂ ਕਿ ਇਹਨਾਂ ਦੇ ਖੱਬੇ ਪਾਸੇ ਵੀ ਦੋਨੋਂ ਬਰਾਬਰ ਹੋਣਗੇ। ਤਾਂ ਕੋਣ PRT ਜਮਾ ਕੋਣ RPT ਜਮਾ ਕੋਣ PTR ਇਹ ਸਾਡੇ ਕੋਲ ਬਰਾਬਰ ਹੋਏਗਾ ਕੋਣ TSQ ਦੇ ਜਮਾ ਕੋਣ SQT ਦੇ ਜਮਾ ਕੋਣ STQ ਦੇ, SQT ਤੇ STQ। ਠੀਕ ਹੈ, तो हुण असीं इन्हां दीयां कीमतां जिहड़ियां सानूं पता ने पहलां दित्तियां होईयां ने, वो असीं भर देंगे। PRT की कीमत जिहड़ी साडे कोल 40 डिग्री है। ठीक है, और RPT की कीमत साडे कोल 95 डिग्री है। ठीक है, तो PTR कोण जिहड़ा सानूं नहीं पता, इहनूं इवें लिख लैणे PTR। उस तो बाद TSQ की जिहड़ी कीमत है, इहदा माप है वो साडे कोल 75 डिग्री है। और कोण SQT की कीमत जिहड़ी असीं पता करनी है। और कोण STQ हुण इत्थे तुसीं देख सकते हो, इहनूं असीं 1 मार्क कर लैणे। STQ कोण दा जिहड़ा माप है वो कोण PTR दे बराबर है, तो इहनूं असीं इत्थे लिख दांगे कोण PTR। ठीक है, ते नाल लिख दिंदे आ 1 तो कि 1 नूं यूज़ कीता आपां इत्थे दोनों साइड हुण खब्बे पासे भी PTR है, सज्जे पासे भी PTR है, दोनों कैंसल हो जाणगे, साडे कोल कट्टे जाणगे। ठीक है, 95 ਦੇ ਵਿੱਚ ਅਸੀਂ 140 डिग्री ਨੂੰ जोड़ांगे, साडे कोल बचे 135 डिग्री बन जाता है। दूसरी साइड साडे कोल 75 डिग्री जमा SQT आ जाएगा। और कोण SQT की जो कीमत है साडे कोल बनेगी 135 डिग्री माइनस 75 डिग्री।
और 135 ਦੇ ਵਿੱਚੋਂ 175 ਜੇਕਰ ਅਸੀਂ ਮਾਈਨਸ ਕਰਦੇ ਹਾਂ ਤਾਂ ਇਹ ਸਾਡੇ ਕੋਲ ਬਣੇਗਾ 0 और 60 डिग्री। सो कोण SQT ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਬਣ ਜਾਂਦੀ ਹੈ 60 डिग्री। ठीक है, तो कोई चीज़ नहीं पता लगी तो वीडियो ਨੂੰ रिपीट करके देख सकते हो। ਇਹਨਾਂ क्वेश्चंस ਦਾ ਜਿੰਨਾ ਤੁਸੀਂ ਇਹਨਾਂ ਦਾ ਅਭਿਆਸ ਕਰੋਗੇ ਦੇਖਣ ਤੋਂ ਬਾਅਦ ਆਪਣੇ ਆਪ ਜਦੋਂ ਲਿਖੋਗੇ ਤਾਂ ਇਹ ਇੱਕ ਵਾਰ ਦੋ ਵਾਰ ਕਰੋਗੇ ਤਾਂ ਇਹ क्वेश्चन ਜਿਹੜੇ ਤੁਹਾਨੂੰ ਬਹੁਤ ਸੌਖੇ ਲੱਗਣੇ ਸ਼ੁਰੂ ਹੋ ਜਾਣਗੇ। ठीक है, तो ਇਹ ਤੋਂ ਦੇਖ ਕੇ ਅਸੀਂ ਸੌਖੇ ਢੰਗ ਦੇ ਨਾਲ ਅਗਰ ਬਹੁਤ ਸਿਰਫ ਅਸੀਂ ਆਪਸ਼ਨ ਕਿਤੇ ਸਾਨੂੰ ਦਿੱਤੀ ਹੋਵੇ ਵੀ ਕਿੰਨਾ ਆਨਸਰ ਹੈ ਅਸੀਂ ਚੂਜ਼ ਕਰਨਾ ਹੋਵੇ ਤਾਂ ਸੌਖਾ ਹੀ ਹੈ। ਇਹਨਾਂ ਦੋਨਾਂ ਦਾ ਜਿਹੜਾ ਜੋੜ ਹੈ ਉਹ ਇਹਨਾਂ ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਹੋਣਾ ਚਾਹੀਦਾ। ਮੁੱਕਦੀ ਗੱਲ ਇੱਥੇ ਹੈ ਕਿਉਂਕਿ ਦੋਨੋਂ ਤ੍ਰਿਭੁਜਾਂ ਦੇ ਵਿੱਚ ਇਹ ਕੋਣ ਜਿਹੜੇ ਬਰਾਬਰ ਹੋ ਜਾਣਗੇ ਕੱਟੇ ਜਾਣਗੇ ਤੇ ਇਹਨਾਂ ਦਾ ਜਿਹੜਾ ਜੋੜ ਹੈ ਇਹਨਾਂ ਦੇ ਬਰਾਬਰ ਹੋਣਾ ਚਾਹੀਦਾ। ਠੀਕ ਹੈ, 95 ਦੇ ਵਿੱਚੋਂ 75 ਮਾਈਨਸ ਕਰਾਂਗੇ ਸਾਡੇ ਕੋਲ 20 ਬਚੇਗਾ, 40 ਚ 20 ਜੋੜਾਂਗੇ ਤਾਂ 60 ਆ ਜਾਏਗਾ ਸਾਡੇ ਕੋਲ। ਠੀਕ, ਅਗਲਾ ਸਾਡੇ ਕੋਲ ਸਵਾਲ ਹੈ ਤ੍ਰਿਭੁਜ ਦੇ ਅੰਦਰਲੇ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ, ਸਿੱਧ ਕਰੋ। ਪ੍ਰੂਵ ਦੈਟ ਦ ਸਮ ਆਫ ਦ ਇੰਟੀਰੀਅਰ ਐਂਗਲਸ ਆਫ ਟ੍ਰਾਇੰਗਲ ਇਜ਼ 180 ਡਿਗਰੀ। ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਤ੍ਰਿਭੁਜ ਜਿਹੜੀ ਇੱਥੇ ਬਣਾ ਲੈਂਦੇ ਹਾਂ। ਠੀਕ ਹੈ, ਜਿਹਦੇ ਤਿੰਨਾਂ ਕੋਣਾਂ ਦਾ ਜੋੜ ਅਸੀਂ 180 ਡਿਗਰੀ ਸਿੱਧ ਕਰਾਂਗੇ। ਬਹੁਤ ਇੰਪੋਰਟੈਂਟ ਸਵਾਲ ਹੈ A, B ਤੇ C। ठीक है, ਅਸੀਂ ਸਿੱਧ ਕਰਨਾ ਹੈ ਕਿ ਇਹ ਜਿਹੜੇ ਤਿੰਨ ਕੋਣ ਨੇ ਸਾਡੇ ਕੋਲ ਇਹਨਾਂ ਦਾ ਜੋੜ ਸਾਡੇ ਕੋਲ 180 ਡਿਗਰੀ ਬਣੇਗਾ। तो हल ਤੇ ਲਿਖ ਦਿੰਨੇ ਅਸੀਂ ਸਿੱਧ ਕਰਨਾ ਹੈ ਕਿ ਤ੍ਰਿਭੁਜ ABC ਦੇ ਵਿੱਚ ਕੋਣ ਇਹਨਾਂ ਦਾ ਅਸੀਂ ਨੰਬਰ ਜਿਹੜੇ ਇਹਨਾਂ ਨੂੰ ਦੇ ਲੈਣੇ ਆ। ਇਹਨੂੰ ਕੋਣ 1 ਮੰਨ ਲਓ, ਇਹਨੂੰ ਕੋਣ 2 ਮੰਨ ਲਓ, ਇਹਨੂੰ ਕੋਣ 3 ਮੰਨ ਲਓ ਕਿ ਕੋਣ 1 ਜਮਾ ਕੋਣ 2 ਜਮਾ ਕੋਣ 3 ਇਹ ਬਰਾਬਰ ਸਾਡੇ ਕੋਲ 180 ਡਿਗਰੀ ਹੈ। ਇਹ ਚੀਜ਼ ਆਪਾਂ ਸਿੱਧ ਕਰਾਂਗੇ, ਪ੍ਰੂਵ ਕਰਾਂਗੇ। ਠੀਕ ਹੈ, ਤਾਂ ਇਹਨੂੰ ਪ੍ਰੂਵ ਕਰਨ ਦੇ ਲਈ ਅਸੀਂ ਕੀ ਕਰਾਂਗੇ? ਸਭ ਤੋਂ ਪਹਿਲਾਂ ਭੁਜਾ BC ਦੇ ਸਮਾਨਾਂਤਰ ਭੁਜਾ BC ਦੇ ਸਮਾਨਾਂਤਰ ਇੱਕ ਰੇਖਾ ਖਿੱਚੋ ਜੋ ਕਿ ਸਿਖਰ B ਵਿੱਚੋਂ ਸਿਖਰ A ਵਿੱਚੋਂ ਲੰਘਦੀ ਹੋਵੇ। ਸਿਖਰ A ਵਿੱਚੋਂ ਲੰਘਦੀ ਹੋਵੇ। ਠੀਕ ਹੈ, ਇਹਦੇ ਵਿੱਚੋਂ ਲੰਘਦੀ ਅਸੀਂ ਇੱਕ ਲਾਈਨ ਖਿੱਚਣੀ ਹੈ ਜਿਹੜੀ ਕਿ BC ਦੇ ਪੈਰਲਲ ਹੋਏ। ਲਓ ਜੀ, तो ਇਹ ਸਾਡੇ ਕੋਲ ਲੋੜੀਂਦੀ ਰੇਖਾ ਜਿਹੜੀ ਆਪਾਂ ਖਿੱਚ ਲਈ ਇੱਥੇ। तो ਇਹਦੇ ਨਾਲ ਸਾਡੇ ਕੋਲ ਇੱਥੇ ਇੱਕ ਕੋਣ ਜਿਹੜਾ ਬਣੇਗਾ, ਇੱਕ ਕੋਣ ਇਹ ਬਣੇਗਾ। ਠੀਕ ਹੈ, ਇਹਦਾ ਨਾਮ ਅਸੀਂ ਕੋਣ 4 ਰੱਖ ਲੈਂਦੇ ਹਾਂ, ਇਹਦਾ ਨਾਮ ਅਸੀਂ ਕੋਣ 5 ਰੱਖ ਲੈਂਦੇ ਹਾਂ। ਠੀਕ, तो ਹੁਣ ਅਸੀਂ ਦੇਖ ਸਕਦੇ ਹਾਂ ਇੱਥੇ ਕਿ ਕੋਣ 4 ਜਮਾ ਕੋਣ 1 ਜਮਾ ਕੋਣ 5 ਇਹ ਸਾਡੇ ਕੋਲ ਤਿੰਨਾਂ ਕੋਣਾਂ ਦਾ ਜਿਹੜਾ ਜੋੜ ਹੈ ਉਹ 180 ਡਿਗਰੀ ਬਣਦਾ ਹੈ। ਠੀਕ ਹੈ, ਅਸੀਂ ਦੇਖ ਸਕਦੇ ਹਾਂ ਕਿ ਕੋਣ 1 ਜਮਾ ਕੋਣ 4 ਜਮਾ ਕੋਣ 5 ਬਰਾਬਰ 180 ਡਿਗਰੀ। ਇਹਨੂੰ ਨੰਬਰ 1 ਮਾਰਕ ਕਰ ਲਓ। ਠੀਕ ਹੈ, ਇਸ ਤੋਂ ਬਾਅਦ ਕਿਉਂਕਿ ਇਹ ਜਿਹੜੀ ਰੇਖਾ ਹੈ ਸਾਡੇ ਕੋਲ ਬੇਸ BC ਦੇ ਸਮਾਨਾਂਤਰ ਹੈ। ਠੀਕ ਹੈ, तो ਇਸ ਲਈ ਸਾਡੇ ਕੋਲ ਇਹ 4 ਤੇ 2 ਕੋਣ ਜਿਹੜੇ ਦੋਨੋਂ ਅੰਦਰਲੀ ਇਕਾਂਤਰ ਕੋਣ ਨੇ ਇਹਨਾਂ ਦੀ ਕੀਮਤ ਹੈ ਉਹ ਬਰਾਬਰ ਹੋਏਗੀ। ਠੀਕ ਹੈ, तो ਕਿਉਂਕਿ BC ਸਮਾਨਾਂਤਰ ਇਹਦਾ ਨਾਮ ਅਸੀਂ ਇੱਥੇ ਕੋਈ ਰੱਖ ਲੈਣੇ ਆਪਣੇ ਕੋਲੋਂ, PQ ਰੱਖ ਲਓ। ठीक है, BC ਸਮਾਨਾਂਤਰ PQ ਹੈ
ਇਸ ਲਈ ਕੋਣ 2 ਬਰਾਬਰ ਕੋਣ 4 ਅਤੇ ਦੂਜੇ ਪਾਸੇ ਕੋਣ 5 ਤੇ 3 ਇਹ ਵੀ ਸਾਡੇ ਕੋਲ ਇਕਾਂਤਰ ਕੋਣ ਬਣਨਗੇ ਤੇ ਕੋਣ 5 ਬਰਾਬਰ ਕੋਣ 3। ਠੀਕ ਹੈ, ਇਕਾਂਤਰ ਕੋਣ, ਇਕਾਂਤਰ ਖੰਡਾਂ ਵਿੱਚ ਬਣੇ ਕੋਣ ਵੀ ਆਪਾਂ ਇਹਨਾਂ ਨੂੰ ਬੋਲ ਦਿੰਦੇ ਹਾਂ। ਠੀਕ ਹੈ, ਇਕਾਂਤਰ ਅੰਦਰਲੇ ਕੋਣ ਵੀ ਜਿਹੜਾ ਕਿਹਾ ਜਾਂਦਾ ਹੈ। ਤਾਂ ਹੁਣ ਇਹ ਜਿਹੜੀਆਂ ਕੀਮਤਾਂ ਨੇ ਉਹ ਅਸੀਂ ਇੱਕ ਦੇ ਵਿੱਚ ਭਰਾਂਗੇ। ਠੀਕ ਹੈ, ਕੋਣ 4 ਬਰਾਬਰ ਕੋਣ 2 ਅਤੇ ਕੋਣ 5 ਬਰਾਬਰ ਕੋਣ 3 ਸਮੀਕਰਨ 1 ਵਿੱਚ ਭਰਨ ਤੇ, ਸਮੀਕਰਨ 1 ਵਿੱਚ ਭਰਨ ਤੇ। ਠੀਕ ਹੈ, तो एक दे विच अगर असीं देखिए तो कोण 1 जमा तो 2 की जगह ते असीं कोण 4 की जगह ते कोण 2 भर लवांगे और कोण 5 की जगह ते कोण 3 असीं लिख सकते हैं। ठीक है, और इन्हां दा जोड़ जिहड़ा साडे कोल 180 डिग्री बनदा है। यही चीज़ आपां सिद्ध करनी सी। ठीक है, इस तो सिद्ध हुंदा है कि त्रिभुज दे अंदरले कोणां दा जिहड़ा माप है साडे कोल वो 180 डिग्री हुंदा है। ठीक है, इस तरह सिद्ध हुंदा है कि त्रिभुज दे अंदरले कोणां दा माप अंदरले कोणां दे मापां दा जोड़ 180 डिग्री ਹੁੰਦਾ 180 डिग्री ਹੁੰਦਾ है। ठीक है, तो ट्रायंगल ਦੇ ਅੰਦਰਲੇ ਤਿੰਨੋਂ ਜਿਹੜੇ ਐਂਗਲਸ ਨੇ ਉਹਨਾਂ ਦਾ ਜੋੜ ਸਾਡੇ ਕੋਲ ਸਮ ਜੋ ਹੈ ਉਹ 180 डिग्री ਹੁੰਦਾ ਹੈ। ਇਸ ਤੋਂ ਇਹ ਸਿੱਧ ਹੁੰਦਾ ਹੈ। ठीक है ਬੱਚਿਓ, ਤੋਂ ਮੈਨੂੰ ਉਮੀਦ ਹੈ ਕਿ ਸਾਰੇ ਕੁਐਸਚਨਸ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਦੇਖਿਆ ਹੋਵੇਗਾ ਤੇ ਕੋਈ ਵੀ ਚੀਜ਼ ਨਹੀਂ ਪਤਾ ਚੱਲੀ ਹੈ ਤੇ ਉਹਨੂੰ ਤੁਸੀਂ ਰਿਪੀਟ ਕਰਕੇ ਦੇਖ ਸਕਦੇ ਹੋ ਜਾਂ ਨੀਚੇ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ठीक है ਸਟੂਡੈਂਟਸ, ਤੋਂ ਅੱਜ ਦੇ ਲਈ ਇੰਨਾ ਹੀ। ਫਿਰ ਆਪਾਂ ਕਿਸੇ ਹੋਰ ਚੈਪਟਰ ਦੀ ਵਰਕਸ਼ੀਟ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।